ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਇੱਕ ਅਦੁੱਤੀ ਗੁਰੂ ਨਾਨਕ ਦੇਵਾ। ਓ ਓਂਕਾਰ ਗੁਰ ਅੰਗਦ ਅਪੇਵਾ, ਸਤਿਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ। ਨਿਰਭਉ ਹਰਿ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਅਕਾਲ ਮੂਰਤਿ ਹਰਿ ਕ੍ਰਿਸ਼ਨ ਤਿਹਾਏ, ਅਜੂਨੀ ਤੇਗ ਬਹਾਦਰ ਰਾਏ। ਸਹਿਬੰ ਸ੍ਰੀ ਦਸਮੇਤ ਸਹਾਏ, ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ। ਵਾਹਿਗੁਰੂ ਬੰਦਨ ਭਗਵਾਨਾ, ਕਿਰਪਾ ਕਰ ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਘਰ ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਘਰ ਸਾਈਆਂ ਦੇ ਸਾਈਆਂ, ਹਾਂਜੀ ਕਿਰਪਾ ਕਰ ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਘਰ ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਘਰ ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਮੈਂ ਗਰੀਬ ਨਿਮਾਣਾ, ਗਰੀਬ ਨਿਮਾਣਾ ਜੀ। ਗਰੀਬ ਨਿਮਾਣਾ ਜੀ। ਗਰੀਬ ਨਿਮਾਣਾ ਜੀ। ਮੈਂ ਗਰੀਬ ਨਿਮਾਣਾ ਜੀ। ਗਰੀਬ ਨਿਮਾਣਾ ਜੀ। ਮੈਂ ਗਰੀਬ ਨਿਮਾਣਾ ਨਿਮਾਣਾ ਜੀ। ਮੈਂ ਗਰੀਬ ਨਿਮਾਣਾ ਜੀ। ਘਰ ਸਾਈਆਂ ਦੇ ਸਾਈਆਂ, ਮੈਂ ਗਰੀਬ ਨਿਮਾਣਾ ਜੀ। ਘਰ
ਸਾਈਆਂ ਦੇ ਅਸਾਈਆਂ ਮੈਂ ਗਰੀਬ ਨਿਮਾਣਾ ਜੀ ਸਾਈਆਂ ਦੇ ਅਸਾਈਆਂ ਮੈਂ ਗਰੀਬ ਨਿਮਾਣਾ ਜੀ ਕਰ ਸਾਈਆਂ ਦੇ ਅਸਾਈਆਂ ਮੈਂ ਗਰੀਬ ਨਿਮਾਣਾ ਜੀ ਕਰ ਸਾਈਆਂ ਦੇ ਵਾਹਿਗੁਰੂ 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 ਮਾਣ ਜੋ ਨਿਮਾਣਿਆਂ ਦਾ ਮਾਣ ਜੋ ਨਿਮਾਣਿਆਂ ਦਾ ਤਾਣ ਜੋ ਨਿਤਾਣਿਆਂ ਦਾ ਧੰਨ ਗੁਰੂ ਰਾਮਦਾਸ ਆਖੋ ਜੀ ਸਾਰੇ ਰਲ ਕੇ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਧਨ ਸੁਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ
बैठा सोटी पात रामदास सतगुरु कहावै पूरन ताल खटाया अमृत सर विच जो तुझ गावै अमृत सर घर सिफती दे आवे जेड़ा अमृत सर घर सिफती दे आवे जेड़ा हो किते जान जोगा नहियो रहिंदा ओ तां हल के तेरे दरबारों खाली मुड़े ना सवाली कोई तेरे दरबारों खाली मुड़े ना सवाली कोई ताइयों सरदालू बैठे तेरा दर मल के चुक चुक मथे धूड़ चरणा दी लाउण आए अज तेरा ए गरीब साइयां तेरे दर चल के किरपा कर साइयां दे साइयां मैं गरीब निमाणा जी किरपा कर साइयां दे साइयां मैं गरीब निमाणा जी कर साइयां दे साइयां मैं गरीब निवाणा साइयां दे गरीब निवाणा दी किरपा कर साइयां दे साइयां मैं गरीब निवाणा दी किरपा कर साइयां दे साइयां किरपा कर साइयां दे साइयां कर साइयां दे साइयां किरपा कर साइयां दे साइयां किरपा कर साइयां दे साइयां कर साइयां दे साइयां किरपा कर साइयां दे साइयां किरपा कर साइयां दे साइयां कर साइयां दे साइयां किरपा कर साइयां दे साइयां किरपा कर साइयां दे साइयां मैं गरीब निमाणा जी किरपा कर साइयां दे साइयां मैं गरीब निमाणा जी साइयां मैं गरीब निमाणा जी कर साइयां दे साइयां मैं गरीब निवाणा दी कर साइयां दे साइयां मैं गरीब निवाणा दी
ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਪਹੁੰਚੇ ਹਾਂ। ਸਭ ਤੋਂ ਪਹਿਲਾਂ ਫਤਿਹ ਅਰਜ਼ ਕਰੋ, ਸਾਰੇ ਗੱਜ ਵੱਜ ਕੇ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸੋ ਪੂਰਨਮਾਸੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕਰਕੇ ਕਈ ਦਿਨਾਂ ਤੋਂ ਸ੍ਰੀ ਸਹਿਜ ਪਾਠ ਪ੍ਰਕਾਸ਼ ਸੰਗਤਾਂ ਨੇ ਰਲ ਮਿਲ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਬਾਣੀ ਦੇ ਜਾਪ ਸਹਿਜ ਪਾਠਾਂ ਦੇ ਭੋਗ ਪੈ ਚੁੱਕੇ ਨੇ। ਅੱਜ ਹਫ਼ਤਾਵਾਰੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਉੱਥੇ ਨਾਲ ਹੀ ਗੁਰਮੁਖ ਪਿਆਰਿਓ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦਾ ਅਵਤਾਰ ਦਿਹਾੜਾ ਆ ਰਿਹਾ ਹੈ ਕੱਲ ਨੂੰ। ਸਮੂਹ ਸੰਗਤਾਂ ਜਿੱਥੇ ਵੀ ਕੋਈ ਗੁਰੂ ਨਾਨਕ ਨਾਲ ਦੇਵਾ ਗੁਰਸਿੱਖ ਹੈ ਦੁਨੀਆ ਦੇ ਵਿੱਚ, ਸਾਰੀਆਂ ਥਾਵਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਪੁਰਬ ਸੰਗਤਾਂ ਬੜੀ ਧੂਮ-ਧਾਮ ਦੇ ਨਾਲ ਮਨਾ ਰਹੀਆਂ ਨੇ। ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਸੋ ਗੁਰਮੁਖ ਪਿਆਰਿਓ, ਕੱਲ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ। ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਸ ਵੀ ਹਫ਼ਤੇ ਦੇ ਵਿੱਚ ਕਿਸੇ ਵੀ ਗੁਰੂ ਸਾਹਿਬ ਜੀ ਦਾ ਕੋਈ ਗੁਰਪੁਰਬ ਹੁੰਦਾ ਤੇ ਆਪਾਂ ਕੋਸ਼ਿਸ਼ ਇਹ ਕਰਦੇ ਵੀ ਉਸ ਸਤਿਗੁਰੂ ਦੇ ਜੀਵਨ ਦੇ ਵਿੱਚੋਂ ਹੀ ਵਿਚਾਰ ਗੁਰ ਇਤਿਹਾਸ ਦੀ ਕੀਤੀ ਜਾਵੇ। ਸੋ ਆਓ ਅੱਜ ਆਪਾਂ ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜਿੰਨੀ ਕੁ ਸਤਿਗੁਰੂ ਜੀ ਨੇ ਮੱਤ ਬੁੱਧ ਬਖਸ਼ੀ ਆ, ਕਿਉਂਕਿ ਇਤਿਹਾਸ ਬੜੇ ਲਿਖਾਰੀਆਂ ਨੇ ਲਿਖਿਆ ਹੋਇਆ ਹੈ। ਆਪ ਆਪਣੀ ਬੁੱਧ ਹੈ ਕੀਤੀ, ਜਿੰਨੀ ਕਿਸੇ ਨੂੰ ਸਤਿਗੁਰੂ ਜੀ ਨੇ ਮੱਤ ਬੁੱਧ ਬਖਸ਼ੀ ਆ ਉਸ ਦੇ ਅਨੁਸਾਰ ਲਿਖਾਰੀਆਂ ਨੇ ਲਿਖੇ ਨੇ। ਜਿੰਨੀ ਕੁ ਸਾਨੂੰ ਸਤਿਗੁਰੂ ਜੀ ਨੇ ਮੱਤ ਬਖਸ਼ੀ ਆ, ਥੋੜੀ ਮੱਤ ਦੇ ਅਨੁਸਾਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਰਲ ਮਿਲ ਕਰਕੇ ਸੰਗਤਾਂ ਦੇ ਨਾਲ ਸਤਿਗੁਰੂ ਜੀ ਦੇ ਇਤਿਹਾਸ ਦੇ ਵਿੱਚੋਂ ਵਿਚਾਰ ਕੀਤੀ ਜਾਵੇ। ਸੋ ਗੁਰਮੁਖ ਪਿਆਰਿਓ, ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ 1534 ਈਸਵੀ ਨੂੰ ਤੇ 1591 ਬਿਕਰਮੀ ਨੂੰ ਚੂਨਾ ਮੰਡੀ ਲਾਹੌਰ ਦੇ ਵਿੱਚ ਪਿਤਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ
ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਹੋਇਆ। ਪਰ ਇੱਥੇ ਇੱਕ ਗੱਲ ਹੋਰ ਵੀ ਵਿਦਵਾਨ ਲਿਖਾਰੀ ਲਿਖਦੇ ਨੇ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਵੀ ਸਾਡਾ ਇਤਿਹਾਸ ਉਹਦੇ ਵਿੱਚ ਲਿਖਿਆ ਕਿ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ, ਅਵਤਾਰ ਹੋਇਆ, ਉਸ ਸਮੇਂ ਚਾਰੇ ਗੁਰੂ ਸਾਹਿਬਾਨ ਮੌਜੂਦ ਸਨ, ਪਰ ਗੁਰਗੱਦੀ ਤੇ ਧੰਨ ਗੁਰੂ ਨਾਨਕ ਦੇਵ ਜੀ ਸੀ, ਪਰ ਆਪਸ ਦੇ ਵਿੱਚ ਮਿਲਾਪ ਨਹੀਂ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਸਨ, ਗੁਰੂ ਅੰਗਦ ਸਾਹਿਬ ਮਹਾਰਾਜ ਤੇ ਧੰਨ ਗੁਰੂ ਅਮਰਦਾਸ ਮਹਾਰਾਜ। ਤੇ ਗੁਰਮੁਖ ਪਿਆਰਿਓ, ਕਿਉਂਕਿ 1534 ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੁੰਦਾ ਤੇ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਸਨ। ਸੋ ਇਹ ਬੜਾ ਲੰਮਾ ਇਤਿਹਾਸ ਹੈ, ਜੇ ਇਹਨਾਂ ਸਾਰੇ ਇਤਿਹਾਸ ਦੀ ਵਿਚਾਰ ਕਰਾਂਗੇ। ਆਓ ਅੱਜ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਹੀ ਵਿਚਾਰ ਕਰਾਂਗੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ, ਮਾਤਾ ਪਿਤਾ ਨੇ ਨਾਮ ਰਾਮਦਾਸ ਹੀ ਰੱਖ ਦਿੱਤਾ ਸੀ ਉਸ ਸਮੇਂ। ਪਰ ਪਲੇਠੀ ਦਾ ਪੁੱਤਰ ਹੋਣ ਕਰਕੇ, ਪਹਿਲਾ ਪੁੱਤਰ ਹੋਣ ਕਰਕੇ, ਜਿਵੇਂ ਆਪਾਂ ਘਰਾਂ ਦੇ ਵਿੱਚ ਕਹਿ ਦਿੰਦੇ ਵੀ ਸਾਡਾ ਜੇਠਾ ਪੁੱਤਰ ਆ, ਤੇ ਇਸ ਕਰਕੇ ਇਹਨਾਂ ਦਾ ਨਾਮ ਜੇਠਾ ਹੀ ਪ੍ਰਸਿੱਧ ਹੋ ਗਿਆ। ਸਾਰੇ ਲੋਕ ਜੇਠਾ ਕਹਿ ਕੇ ਹੀ ਬੁਲਾਉਣ ਲੱਗ ਪਏ ਸਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਬਾਲਕ ਅਵਸਥਾ ਦੇ ਵਿੱਚ ਨੇ, ਅਜੇ ਕੁਝ ਸੋਝੀ ਨਹੀਂ ਆਈ ਭਾਈ ਜੇਠਾ ਜੀ ਨੂੰ। ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ। ਪਿਤਾ ਹਰਦਾਸ ਜੀ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ। ਤੇ ਗੁਰਮੁਖ ਪਿਆਰਿਓ, ਭਾਈ ਜੇਠਾ ਜੀ ਦੀ ਉਮਰ ਤਕਰੀਬਨ 7 ਸਾਲ ਦੀ ਹੋਈ ਹੈ, ਇਤਿਹਾਸ ਲਿਖਦਾ। ਤੇ ਪਿਤਾ ਵੀ ਅਕਾਲ ਚਲਾਣਾ ਕਰ ਗਏ। ਭਾਈ ਜੇਠਾ ਜੀ ਯਤੀਮ ਹੋ ਗਏ। ਹੁਣ ਕੋਈ ਸਾਂਭਣ ਵਾਲਾ ਨਹੀਂ ਭਾਈ ਜੇਠਾ ਜੀ। ਮਾਤਾ ਪਿਤਾ ਤੇ ਗੁਰਮੁਖ ਪਿਆਰਿਓ ਬੱਚਿਆਂ ਨੂੰ ਸਾਂਭਦੇ ਨੇ। ਕਿੰਨੇ ਵੀ ਪਰਿਵਾਰ ਦੇ ਚਾਚੇ ਤਾਏ, ਜੋ ਵੀ ਪਰਿਵਾਰ ਦੇ ਮੈਂਬਰ ਸਨ, ਕਿਸੇ ਨੇ ਵੀ ਭਾਈ ਜੇਠਾ ਜੀ ਦੀ ਸੰਭਾਲ ਨਾ ਕੀਤੀ ਬੱਚੇ ਦੀ। ਕਿਤੇ ਰੋਟੀ ਖਾਣਾ ਮਿਲ ਗਿਆ, ਖਾ ਲਿਆ, ਨਹੀਂ ਭੁੱਖਾ ਤਿਹਾਇਆ, ਨਾ ਕਿਸੇ ਨੇ ਉਹਦੇ ਵਸਤਰ ਬਦਲਨੇ। ਭਾਈ ਜੇਠਾ ਜੀ ਉਵੇਂ ਗਲੀਆਂ ਦੇ ਵਿੱਚ ਫਿਰਦੇ ਰਹਿੰਦੇ ਸੀ। ਜਦੋਂ ਬੱਚਿਆਂ ਦੇ ਨਾਲ ਖੇਡਣਾ, ਕਈ ਮਾਵਾਂ ਨੇ ਆਪਣੇ ਬੱਚਿਆਂ ਨੂੰ ਭਾਈ ਜੇਠੇ ਦੇ ਨਾਲ ਖੇਡਣ ਵੀ ਨਾ ਦੇਣਾ। ਮਨਹੂਸ ਕਹਿ ਕੇ ਵੀ ਦਰਕਾਰਿਆ ਗਿਆ। ਗਲੀਆਂ ਦੇ ਕੱਖਾਂ ਦੇ ਵਾਂਗ ਭਾਈ ਜੇਠਾ ਜੀ ਰੁਲ ਰਹੇ ਸੀ। ਕੁਝ ਸਮੇਂ ਬਾਅਦ ਭਾਈ ਜੇਠਾ ਜੀ ਦੇ ਨਾਨਕੇ ਬਾਸਰ ਕੇ ਨਗਰ ਦੇ ਵਿੱਚ ਸਨ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਨਗਰ ਸੀ, ਬਾਸਰ ਕੇ। ਇਸ ਬਾਸਰ ਕੇ ਨਗਰ ਤੋਂ ਭਾਈ ਜੇਠਾ ਜੀ ਦੀ ਨਾਨੀ ਉਹ ਚੂਨਾ ਮੰਡੀ ਲਾਹੌਰ ਦੇ ਪਹੁੰਚੀ ਹੈ। ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸ ਦੇਵਾਂ, ਚੂਨਾ ਮੰਡੀ ਲਾਹੌਰ, ਕਈ ਇਤਿਹਾਸਕਾਰਾਂ ਨੇ ਚੂਨੀ ਮੰਡੀ ਲਿਖਿਆ। ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਉਹ ਚੂਨੀ ਮੰਡੀ ਲਿਖਦੇ ਨੇ। ਗਿਆਨੀ ਪਿੰਦਰਪਾਲ ਸਿੰਘ ਜੀ, ਉਹਨਾਂ ਨੇ ਵੀ ਚੂਨੀ ਮੰਡੀ ਦੱਸਿਆ।
ਤੇ ਹੋਰ ਇਤਿਹਾਸਕਾਰ ਵੀ ਕਈ ਟੂਨੀ ਮੰਡੀ ਲਿਖਦੇ ਨੇ, ਪਰ ਜ਼ਿਆਦਾਤਰ ਜਦੋਂ ਕਥਾਕਾਰ ਵਿਦਵਾਨ ਕਥਾ ਕਰਦੇ ਨੇ ਉਹ ਟੂਨਾ ਮੰਡੀ ਲਾਹੌਰ ਹੀ ਕਹਿੰਦੇ ਆ। ਤੇ ਗੁਰਮੁਖ ਪਿਆਰਿਓ, ਮਾਤਾ ਧੰਨ ਗੁਰੂ ਨਾਨਕ ਵਾਹਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਨੀ ਮਾਤਾ ਜੀ ਜਦੋਂ ਲਾਹੌਰ ਦੇ ਵਿੱਚ ਪਹੁੰਚੇ ਨੇ, ਆਪਣੇ ਦੋਹਤੇ ਨੂੰ ਵੇਖਦੇ ਨੇ ਗਲੀਆਂ ਦੇ ਵਿੱਚ ਫਿਰਦੇ ਨੂੰ, ਤੇ ਭੁੱਬਾਂ ਮਾਰ ਮਾਰ ਕੇ ਨਾਨੀ ਆਪਣੇ ਦੋਹਤੇ ਨੂੰ ਵੇਖ ਕੇ ਰੋ ਰਹੀ ਆ ਵੀ ਜੇ ਅੱਜ ਮੇਰੀ ਧੀ ਹੁੰਦੀ ਤਾਂ ਇਸ ਮੇਰੇ ਦੋਹਤੇ ਦੀ ਇਹ ਹਾਲਤ ਨਾ ਹੁੰਦੀ। ਕੁਝ ਇਤਿਹਾਸਕਾਰ ਇਹ ਦੱਸਦੇ ਨੇ ਵੀ ਕੁਝ ਸਮਾਂ ਭਾਈ ਜੇਠਾ ਜੀ ਦੇ ਨਾਨੀ ਜੀ ਉੱਥੇ ਲਾਹੌਰ ਦੇ ਵਿੱਚ ਰਹੇ, ਉੱਥੇ ਕਿਰਤ ਕਰਦੇ ਰਹੇ ਸਨ। ਪਰ ਗੁਰਮੁਖ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨੀ ਜੀ ਨੇ ਸੋਚਿਆ ਵੀ ਜਦੋਂ ਆਪਾਂ ਕਿਰਤ ਆਪਣੇ ਹੱਥੀਂ ਕਰਨੀ ਆ, ਕਿਉਂ ਨਾ ਆਪਣੇ ਨਗਰ ਦੇ ਵਿੱਚ ਬਾਸਰ ਕੇ ਚੱਲੀਏ। ਉਸ ਸਮੇਂ ਗੁਰਮੁਖ ਪਿਆਰਿਓ, ਬਾਸਰ ਕੇ ਨਗਰ ਤੋਂ ਆਪਣੇ ਦੋਹਤੇ ਜੇਠੇ ਨੂੰ ਤਿਆਰ ਕਰਕੇ 7-8 ਸਾਲ ਦੀ ਉਮਰ ਹੈ, ਸਾਰੇ ਕੱਪੜੇ ਭਾਈ ਜੇਠੇ ਦੇ ਉਹਨਾਂ ਨੇ ਇੱਕ ਝੋਲੇ ਦੇ ਵਿੱਚ ਪਾਏ। ਭਾਈ ਜੇਠੇ ਨੂੰ ਤਿਆਰ ਕਰਕੇ ਮਾਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੇਠਾ ਜੀ ਦੇ ਨਾਨੀ ਜੀ ਜਦੋਂ ਲੈ ਕੇ ਤੁਰਨ ਲੱਗੇ ਨੇ, ਤੇ ਗੁਰਮੁਖ ਪਿਆਰਿਓ, ਜਿੰਨੇ ਵੀ ਉਹਨਾਂ ਦੇ ਕੋਈ ਚਾਚੇ ਤਾਏ ਨੇ, ਹੋਰ ਪਰਿਵਾਰ ਦੇ ਵਿੱਚੋਂ ਨੇ, ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਇੱਥੇ ਰਹੋ, ਵੀ ਇਹ ਸਾਡਾ ਬੱਚਾ ਹੈ, ਇਹਨੂੰ ਛੱਡ ਕੇ ਨਾ ਇੱਥੇ ਛੱਡ ਕੇ ਜਾਓ, ਅਸੀਂ ਸਾਂਭਾਂਗੇ। ਪਰ ਗੁਰਮੁਖ ਪਿਆਰਿਓ, ਮਾਤਾ ਪਿਤਾ ਤੋਂ ਬਿਨਾਂ ਕਿਹੜਾ ਬੱਚੇ ਨੂੰ ਸਾਂਭਦਾ ਹੈ। ਜਦੋਂ ਮਾਤਾ ਪਿਤਾ ਚਲੇ ਜਾਣ ਤੇ ਗੁਰਮੁਖ ਪਿਆਰਿਓ, ਫਿਰ ਦੁਨੀਆ ਦੇ ਦੁੱਖ ਵੱਡੇ ਤੋਂ ਵੱਡੇ ਆ ਕੇ ਵੀ ਪੈ ਜਾਂਦੇ ਨੇ। ਬੱਚਿਆਂ ਦੀਆਂ ਸਰਦਾਰੀਆਂ ਮਾਤਾ ਪਿਤਾ ਦੇ ਨਾਲ ਹੁੰਦੀਆਂ ਨੇ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ, ਤੇ ਆਓ ਪਿਆਰ ਦੇ ਨਾਲ ਉਹਨਾਂ ਸਤਰਾਂ ਨੂੰ ਪੜ੍ਹੀਏ ਜੀ। ਦੁੱਖ ਦੁਨੀਆ ਦੇ ਘੇਰਾ ਲੈਂਦੇ ਪਾਰ, ਦੁੱਖ ਦੁਨੀਆ ਦੇ ਘੇਰਾ ਲੈਂਦੇ ਪਾਰ, ਜਦੋਂ ਮਾਵਾਂ ਤੁਰ ਜਾਂਦੀਆਂ ਦੁਨੀਆ ਦੇ ਘੇਰਾ ਲੈਂਦੇ ਪਾਰ, ਜਦੋਂ ਮਾਵਾਂ ਤੁਰ ਜਾਂਦੀਆਂ ਦੁੱਖ ਦੁਨੀਆ ਦੇ ਘੇਰਾ ਲੈਂਦੇ ਪਾਰ, ਜਦੋਂ ਮਾਵਾਂ ਤੁਰ ਜਾਂਦੀਆਂ ਦੁਨੀਆ ਦੇ ਘੇਰਾ ਲੈਂਦੇ ਪਾਰ, ਜਦੋਂ ਮਾਵਾਂ ਤੁਰ ਜਾਂਦੀਆਂ ਦੁਨੀਆ
मामा बिन सावा कौन करे, मामा बिन सावा कौन करे, मामा ਵੱਡੀਆਂ ਸ਼ਾਮਾਂ ਮਾਮਾ ਬਿਨ ਸ਼ਾਮਾਂ ਕੌਣ ਕਰੇ, ਮਾਮਾ ਬਿਨ ਸ਼ਾਮਾਂ ਵੱਡੀਆਂ ਵੱਡੀਆਂ ਸ਼ਾਮਾਂ ਮਾਮਾ ਬਿਨ ਸ਼ਾਮਾਂ ਕੌਣ ਕਰੇ, ਮਾਮਾ ਬਿਨ ਸ਼ਾਮਾਂ ਕੌਣ ਕਰੇ। ਕਹਿੰਦੇ ਵੱਡੇ ਵੱਡੇ ਦੁੱਖ ਆ ਕੇ ਪੈ ਜਾਂਦੇ ਨੇ ਜਦੋਂ ਮਾਤਾ ਪਿਤਾ ਚਲੇ ਜਾਂਦੇ ਆ ਸੰਸਾਰ ਤੋਂ। ਫਿਰ ਕੋਈ ਨਹੀਂ ਕਹਿੰਦਾ ਵੀ ਪੁੱਤ ਸਾਡੇ ਘਰੇ ਆ ਜਾ। ਆਪਣੀਆਂ ਮਾਵਾਂ ਵਾਂਗੂ ਠੰਡ ਕੋਈ ਪਾਵਦਾ ਨਾ, ਮੂੰਹ ਮੱਥਾ ਚੁੰਮ ਕੋਈ ਕਰੇਜੇ ਕਹਿੰਦੇ ਲਾਮਦਾ ਨਾ। ਕੋਈ ਮੰਗਦਾ ਨਾ ਮਗਰੋਂ ਦੁਆ ਜਦੋਂ ਮਾਮਾ ਤੁਰ ਜਾਂਦੀ ਆ। ਪੁੱਤ ਭਾਵੇਂ ਬੁਰਾ ਹੋਵੇ ਮਾਂ ਬੁਰਾ ਕਹਿੰਦੀ ਨਹੀਂ, ਮਰ ਕੇ ਵੀ ਬੱਚਿਆਂ ਦੇ ਦੁੱਖੜੇ ਕਦੇ ਸਹਿੰਦੀ ਨਹੀਂ। ਉਹ ਕਦੇ ਲੱਗਣ ਨਹੀਂ ਦਿੰਦੀ ਕਹਿੰਦੇ ਤੱਤੀ ਵਾਰ ਜਦੋਂ ਮਾਮਾ ਤੁਰ ਜਾਂਦੀਆਂ। ਦੁੱਖ ਦੁਨੀਆ ਦੇ ਘੇਰਾ ਲੈਂਦੇ ਪਾ। ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਮਾਤਾ ਪਿਤਾ ਚਲੇ ਗਏ। ਬੁੱਢੜੀ ਨਾਨੀ ਮਾਤਾ ਅੱਜ ਆਪਣੇ ਦੋਤੇ ਨੂੰ ਆਪਣੇ ਘਰ ਲੈ ਕੇ ਚੱਲੀ ਆ ਤੇ ਘਰ ਨੂੰ ਜਿੰਦਰਾ ਮਾਰਨ ਲੱਗਿਆ। ਗੁਰਮੁਖ ਪਿਆਰਿਓ ਉਦੋਂ ਅੱਖਾਂ ਦੇ ਵਿੱਚ ਜਲ ਆ ਗਿਆ ਵੀ ਜੇ ਕਿਤੇ ਅੱਜ ਮੇਰੀ ਧੀ ਹੁੰਦੀ ਇਸ ਘਰ ਨੂੰ ਜਿੰਦਰਾ ਨਹੀਂ ਲੱਗਣਾ। ਘਰ ਨੂੰ ਜਿੰਦਰਾ ਮਾਰਿਆ ਤੇ ਬਾਸਰ ਕੇ ਨਗਰ ਦੇ ਵਿੱਚ ਲੈ ਕੇ ਆਈ ਆ। ਬਾਸਰ ਕੇ ਨਗਰ ਦੇ ਵਿੱਚ ਜਦੋਂ ਆਪਣੇ ਦੋਤੇ ਨੂੰ ਲੈ ਕੇ ਆਈ, ਨਾਨੀ ਮਾਤਾ ਭਾਈ ਜੇਠੇ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਛੋਲੇ ਉਬਾਲ ਕੇ ਘੁੰਗਣੀਆਂ ਬਣਾ ਕੇ ਵੇਚਣ ਵਾਸਤੇ ਭੇਜ ਦਿੰਦੀ ਹੈ। ਤੇ ਉਹ ਛੋਲੇ ਘੁੰਗਣੀਆਂ ਵੇਚ ਕੇ ਗੁਰਮੁਖ ਪਿਆਰਿਓ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਗਰ ਹੈ ਬਾਸਰ ਕੇ ਨਗਰ। ਅਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਤੇ ਬਿਰਾਜਮਾਨ ਨਹੀਂ ਹੋਏ ਸਨ। ਸਮਾਂ ਆਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਵਸਾਇਆ ਤੇ ਗੋਇੰਦਵਾਲ ਸਾਹਿਬ ਸੰਗਤਾਂ ਆਉਂਦੀਆਂ ਨੇ, ਸੇਵਾ ਕਰਦੀਆਂ ਨੇ। ਤੇ ਗੁਰਮੁਖ ਪਿਆਰੇ ਉਸ ਸਮੇਂ ਭਾਈ ਜੇਠਾ ਜੀ ਵੀ ਪਹਿਲਾਂ ਆਪਣੀ ਕਿਰਤ ਕਰਦੇ ਨੇ, ਘੁੰਗਣੀਆਂ ਵੇਚਦੇ ਆ ਤੇ ਫਿਰ ਜਾ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਦੀ ਸੇਵਾ ਕਰਦੇ ਆ। ਬੜੀ ਲਗਨ ਦੇ ਨਾਲ, ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਦਰ ਤੇ ਸੇਵਾ ਕਰਦੇ ਆ। ਨਾਨੀ ਮਾਤਾ ਜੀ ਦਾ ਵੀ ਸਮਾਂ ਆ ਗਿਆ ਜਾਣ ਦਾ, ਭਾਈ ਜੇਠਾ ਜੀ ਦੀ ਨਾਨੀ ਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਮੇਰੇ ਦੋਤੇ ਦਾ ਖਿਆਲ ਰੱਖਿਓ ਹੁਣ ਤੁਸੀਂ। ਤੇ ਗੁਰਮੁਖ ਪਿਆਰਿਓ ਦੇਖੋ ਫਿਰ ਕਿੰਨਾ ਖਿਆਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ। ਭਾਈ ਜੇਠਾ ਜੀ ਨੇ ਬੜੀ ਲਗਨ ਦੇ ਨਾਲ ਸੇਵਾ ਕੀਤੀ ਹੈ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਜਿਹਨੂੰ ਅਸੀਂ ਕਹਿ ਦਿੰਦੇ ਵੀ ਇਹਦਾ ਕੋਈ ਨਹੀਂ ਹੈ, ਪਤਾ ਨਹੀਂ ਉਹਦੇ ਕਰਮ ਕਦੋਂ ਯਾਦ ਪੈਣੇ ਨੇ, ਕਦੋਂ ਗੁਰਮੁਖ ਪਿਆਰਿਆਂ ਦੇ ਸਿਰ ਦੇ ਉੱਪਰ ਛਤਰ ਝੁੱਲ ਜਾਣਾ। ਤੇ ਬੜਾ ਸੋਹਣਾ ਮਹਾਂਪੁਰਖਾਂ ਨੇ ਲਿਖਿਆ ਤੇ ਮਹਾਂਪੁਰਖ ਨੂੰ ਪਿਆਰ ਦੇ ਨਾਲ ਧਾਰਨਾ ਦੇ ਵਿੱਚ ਪੜ੍ਹਦੇ ਹੁੰਦੇ ਸਨ। ਪੜ੍ਹੋ ਪਿਆਰ ਨਾਲ। ਜਿਹਦਾ ਬਣੇ ਨਾ ਜਗਤ ਵਿੱਚ ਕੋਈ, ਉਹਦੇ ਸਤਿਗੁਰ ਆਪ ਬਣਦੇ। ਬਣੇ ਨਾ ਜਗਤ ਵਿੱਚ ਕੋਈ, ਉਹਦੇ ਸਤਿਗੁਰ ਆਪ ਬਣਦੇ।
बने ना जगत विच कोई, चरनी लग जे सतगुर दे। बने ना जगत विच कोई, चरनी लग जे सतगुर दे। बने ना जगत विच कोई, बने ना जगत विच कोई, ਕਹਿੰਦੇ ਜਿਹਦਾ ਸੰਸਾਰ ਦੇ ਵਿੱਚ ਕੋਈ ਨਹੀਂ ਨਾ ਬਣਦਾ, ਬਸ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਗੁਰਮੁਖ ਪਿਆਰੋ ਸਤਿਗੁਰੂ ਆਪ ਉਹਦੇ ਬਣ ਜਾਂਦੇ। ਪਰ ਗੁਰੂ ਦਾ ਬਣੇ ਆ ਕੇ ਫਿਰ ਸਤਿਗੁਰੂ ਉਹਦੇ ਬਣਦੇ ਨੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਓਟ ਪੈਂਡਾ ਆਗੇ ਹੋਏ ਹੈ। एक बार सतगुर सिमरन मातर, सिमरन ताहे बारंबार गुर हेत है। भावनी भगत भाए कौटी अगर भाग रखै, ताहे गुर सर्ब निधान दान देत है। ते गुरमुख प्यारिओ किते सतगुरु दे बन के सतगुरु की बड़ी किरपा हो जाती है। ਹੁਣ ਭਾਈ ਜੇਠੇ ਜੀ ਦੀ ਨਾਨੀ ਵੀ ਕਾਲ ਚਲਾਣਾ ਕਰ ਗਈ ਹੈ। ਭਾਈ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਸੇਵਾ ਕਰਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ। ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਨੇ। ਬੌਲੀ ਸਾਹਿਬ ਜਿਹੜੀ 83 ਪੌੜੀਆਂ ਵਾਲੀ ਆ, ਉਹਦੀ ਸੇਵਾ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਮਿੱਟੀ ਦੇ ਟੋਕਰੇ ਆਪਣੇ ਸਿਰ ਦੇ ਉੱਪਰ ਚੁੱਕ ਕੇ ਦੂਰ ਜਾ ਕੇ ਸਿੱਟ ਕੇ ਆਉਂਦੇ ਨੇ। ਇੱਧਰ ਬੀਬੀ ਭਾਨੀ ਜੀ ਜਵਾਨ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਹੁਣ ਆਪਣੀ ਭਾਨੀ ਬੜੀ ਵੱਡੀ ਹੋ ਚੱਲੀ ਹੈ, ਹੁਣ ਇਹਦੇ ਵਾਸਤੇ ਕੋਈ ਵਰ ਲੱਭੋ, ਆਪਾਂ ਸ਼ਾਦੀ ਕਰ ਦਈਏ। ਕਿਉਂਕਿ ਮਾਮਾ ਨੂੰ ਬੜਾ ਫਿਕਰ ਹੁੰਦਾ ਆਪਣੀਆਂ ਧੀਆਂ ਦਾ। ਤੇ ਗੁਰਮੁਖ ਪਿਆਰੇ ਉਸ ਸਮੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸੁਭਾਵ ਕੀ ਪੁੱਛਿਆ, ਕਿਹੋ ਜਿਹਾ ਚਾਹੀਦਾ ਵਰ। ਭਾਈ ਜੇਠਾ ਜੀ ਦੇ ਸਿਰ ਦੇ ਉੱਪਰ ਟੋਕਰੀ ਚੱਕੀ ਹੈ ਮਿੱਟੀ ਦੀ, ਤੇ ਮੂੰਹ ਸਿਰ ਮਿੱਟੀ ਦੇ ਨਾਲ ਲਿਪੜਿਆ ਹੋਇਆ ਸੇਵਾ ਕਰ ਰਹੇ ਨੇ। ਪਰ ਸਤਿਗੁਰਾਂ ਦਾ ਚਿਹਰਾ ਬੜਾ ਸੁੰਦਰ ਹੈ। ਗੁਰਮੁਖ ਪਿਆਰਿਓ, ਉਸ ਸਮੇਂ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਪੁੱਛਣਾ ਕੀਤਾ ਵੀ ਕਿਹੋ ਜਿਹਾ ਚਾਹੀਦਾ, ਮਾਤਾ ਮਨਸਾ ਦੇਵੀ ਨੇ ਸਾਰਾ ਕੀਤਾ ਭਾਈ ਜੇਠਾ ਜੀ ਵੱਲ, ਕਹਿੰਦੇ ਉਹੋ ਜਿਹਾ ਚਾਹੀਦਾ ਵਰ। ਤੇ ਉਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਖੜੇ ਇਹ ਤਾਂ ਇਹੋ ਜਿਹਾ ਤਾਂ ਇਹੀ ਹੈ, ਹੋਰ ਨਹੀਂ ਇਹਦੇ ਵਰਗਾ ਹੋ ਸਕਦਾ। ਤੇ ਗੁਰੂ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਭਾਨੀ ਜੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਕਰ। ਮਾਤਾ ਮਨਸਾ ਦੇਵੀ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਕੁਝ ਦੇਖਿਆ ਹੀ ਨਹੀਂ, ਇਹ ਯਤੀਮ ਆ, ਇਹਦੇ ਕੋਲ ਨਹੀਂ ਕੁਝ ਹੈ, ਤੁਸੀਂ ਰਿਸ਼ਤਾ ਕਰ ਦਿੱਤਾ। ਮੈਂ ਤੁਹਾਨੂੰ ਇਹ ਥੋੜੀ ਕਿਹਾ ਸੀ ਇਹਦੇ ਨਾਲ ਰਿਸ਼ਤਾ ਕਰ ਦਿਓ, ਪਰ ਮੈਂ ਕਿਹਾ ਸੀ ਵੀ ਇਹਦੇ ਵਰਗਾ ਹੋਵੇ।
ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕਹਿੰਦੇ ਤੁਹਾਡੇ ਕੋਲ ਉਹ ਅੱਖ ਨਹੀਂ ਜਿੰਨਾ ਕੁਛ ਇਹਦੇ ਕੋਲ ਹੈ। ਤੁਸੀਂ ਇਹ ਨਾ ਦੇਖੋ ਵੀ ਇਹਦੇ ਸਿਰ ਦੇ ਉੱਪਰ ਮਿੱਟੀ ਦੀ ਟੋਕਰੀ ਹੈ, ਇਹਦੇ ਉੱਪਰ ਛਤਰ ਝੁੱਲ ਰਿਹਾ ਹੈ। ਤੁਸੀਂ ਕਹਿੰਦੇ ਹੋ ਇਹਦੇ ਕੋਲ ਕੁਝ ਨਹੀਂ ਹੈ, ਬੜਾ ਕੁਝ ਹੈ ਇਸ ਦੇ ਕੋਲ। ਅੱਜ ਸਾਡੇ ਸਾਹਮਣੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਰਗਾ ਘਰ ਹੈ ਕਿਤੇ ਦੁਨੀਆ ਦੇ ਵਿੱਚ? ਅੰਮ੍ਰਿਤਸਰ ਵਰਗਾ ਇੰਨਾ ਸੋਨਾ ਕਿਸੇ ਦੇ ਘਰ ਨੂੰ ਲੱਗਿਆ ਹੈ ਜਿੰਨਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਲੱਗਿਆ। ਕਿੰਨੀਆਂ ਕੀਮਤੀ ਚੀਜ਼ਾਂ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਨੇ। ਜਿਹੜੇ ਯਤੀਮ ਕਹਿੰਦੇ ਸੀ, ਜਿਹੜੇ ਦੁਰਕਾਰ ਦੇ ਸੀ, ਤੇ ਗੁਰਮੁਖ ਪਿਆਰੋ ਅੱਜ ਤਰਸਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਦੇਖਣ ਨੂੰ। ਆਪਾਂ ਨਨਕਾਣਾ ਸਾਹਿਬ ਦੇਖਣ ਨੂੰ ਤਰਸਦੇ ਆ, ਤੇ ਜਿਹੜੇ ਉੱਧਰ ਬੈਠੇ ਆ ਉਹ ਅੰਮ੍ਰਿਤਸਰ ਸਾਹਿਬ ਦੇਖਣ ਨੂੰ ਤਰਸਦੇ ਆ। ਉਹ ਤਰਸਦੇ ਨੇ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਵੇਖਣ ਨੂੰ, ਜਿਨ੍ਹਾਂ ਨੇ ਉਦੋਂ ਥਾਂ ਨਹੀਂ ਦਿੱਤੀ ਸੀ ਘਰ ਦੇ ਵਿੱਚ। ਤੇ ਗੁਰਮੁਖ ਪਿਆਰਿਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਰਿਸ਼ਤਾ ਬੀਬੀ ਭਾਨੀ ਜੀ ਦੇ ਨਾਲ ਹੋ ਗਿਆ। ਤੇ ਉਸ ਸਮੇਂ ਰਿਸ਼ਤਾ ਦੇਖੋ ਕਿਹੋ ਜਿਹਾ ਬਣ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜਵਾਈ ਬਣ ਗਏ ਨੇ, ਪਰ ਰਿਸ਼ਤਾ ਸੇਵਕ ਵਾਲਾ ਹੀ ਰੱਖਿਆ, ਸੇਵਾਦਾਰ ਬਣ ਕੇ ਰਹੇ। ਫਿਰ ਵੀ ਮਿੱਟੀ ਦੀ ਟੋਕਰੀ ਨਹੀਂ ਛੱਡੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਉਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ। ਇਤਿਹਾਸ ਦੱਸਦਾ ਵੀ ਇੱਕ ਵਾਰੀ ਕਹਿੰਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਕੁਝ ਮੈਂਬਰ ਹਰਿਦੁਆਰ ਨੂੰ ਜਾ ਰਹੇ ਸਨ। ਹਰਿਦੁਆਰ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਲੰਘਣ ਲੱਗੇ, ਗੋਇੰਦਵਾਲ ਸਾਹਿਬ ਦੇ ਕੋਲ ਦੀ ਕਹਿਣ ਲੱਗੇ ਵੀ ਇੱਥੇ ਆਪਣਾ ਜੇਠਾ ਰਹਿੰਦਾ, ਸੁਣਿਆ ਵੀ ਗੁਰੂ ਅਮਰਦਾਸ ਮਹਾਰਾਜ ਦੀ ਪੁੱਤਰੀ ਦੀ ਸ਼ਾਦੀ ਉਹਦੇ ਨਾਲ ਹੋ ਗਈ ਆ, ਕਿਉਂ ਨਾ ਵੇਖ ਕੇ ਚੱਲੀਏ ਉਹਨੂੰ, ਜੇਠੇ ਨੂੰ ਆਪਣੇ ਨੂੰ। ਤੇ ਜਦੋਂ ਲੰਘਣ ਲੱਗੇ ਤੇ ਕਹਿੰਦੇ ਬਾਰ-ਬਾਰ ਭਾਈ ਜੇਠਾ ਜੀ ਮਿੱਟੀ ਸੁੱਟਣ ਗਏ ਨੇ, ਟੋਕਰੀ ਚੱਕੀ ਸਿਰ ਤੇ ਮਿੱਟੀ ਵਾਲੀ, ਤੇ ਉਹਨਾਂ ਨੇ ਪੁੱਛਿਆ, ਮੂੰਹ ਸਿਰ ਮਿੱਟੀ ਨਾਲ ਲਿਬੜ, ਕਹਿੰਦੇ ਭਾਈ ਜੇਠੇ ਦੇ ਘਰੇ ਜਾਣਾ। ਪਰ ਉਹਨਾਂ ਨੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਛਾਣਿਆ ਨਹੀਂ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਚਾਚੇ ਤਾਇਆਂ ਨੂੰ ਪਛਾਣ ਲਿਆ ਵੀ ਇਹ ਸਾਡੇ ਨੇ। ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਕਹਿਣ ਲੱਗੇ ਮੈਂ ਹੀ ਜੇਠਾ ਹਾਂ। ਉਹ ਕਹਿੰਦੇ ਜੇਠਿਆ ਆਹੀ ਹਾਲ ਤੇਰਾ, ਜੇ ਇਹੀ ਕੁਝ ਕਰਨਾ ਸੀ ਤਾਂ ਲਾਹੌਰ ਰਹਿ ਪੈਂਦਾ। ਤੂੰ ਇਹ ਸਾਡੀ ਕੁੱਲ ਨੂੰ ਦਾਗ ਲਾ ਰਿਹਾ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜਵਾਈ ਬਣ ਕੇ ਤੂੰ ਸਿਰ ਦੇ ਉੱਪਰ ਮਿੱਟੀ ਦੀਆਂ ਟੋਕਰੀਆਂ ਸੁੱਟ ਰਿਹਾ। ਤੇ ਗੁਰਮੁਖ ਪਿਆਰਿਓ ਕਹਿਣ ਲੱਗੇ ਚਲੋ ਅਸੀਂ ਜਾਂਦੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ। ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਗਏ, ਪਰ ਜਾ ਕੇ ਨਮਸਕਾਰ ਨਹੀਂ ਕੀਤੀ। ਗੁਰੂ ਸਾਹਿਬ ਜੀ ਨੂੰ ਵੀ ਬੁਰਾ ਭਲਾ ਬੋਲਣ ਲੱਗੇ, ਕਹਿਣ ਲੱਗੇ ਤੁਸੀਂ ਇਹਨੂੰ ਆਪਣਾ ਜਵਾਈ ਬਣਾ ਕੇ ਤੂੰ ਮਿੱਟੀ ਸੁਧਾ ਰਹੇ ਹੋ, ਇਹ ਤੂੰ ਕੰਮ ਕਰਵਾ ਰਹੇ ਹੋ। ਤੇ ਗੁਰਮੁਖ ਪਿਆਰਿਓ ਜਦੋਂ ਉਹ ਵਾਪਸ ਚਲੇ ਗਏ, ਦੇਖੋ ਨਿਮਰਤਾ ਕਿੰਨੀ ਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਵਿੱਚ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਭੋਲੇ ਨੇ, ਇਹਨੂੰ ਪਤਾ ਨਹੀਂ ਤੁਹਾਡੇ ਬਾਰੇ। ਸਤਿਗੁਰੂ ਜੀ ਜੋ ਕੁਝ ਵੀ ਬੋਲ ਕੇ ਗਏ ਨੇ ਉਹਨਾਂ ਦੀ ਥਾਂ ਤੇ ਮੈਂ ਮਾਫੀ ਮੰਗਦਾ ਤੁਹਾਡੇ, ਉਹਨਾਂ ਨੂੰ ਬਖਸ਼ ਦਿਓ, ਮਾਫ ਕਰ ਦਿਓ ਮਹਾਰਾਜ। ਇੰਨੀ ਨਿਮਰਤਾ। ਤੇ ਗੁਰਮੁਖ ਪਿਆਰਿਓ ਉਸ ਸਮੇਂ ਸੇਵਾ ਦੇ ਵਿੱਚ ਜੁਟੇ ਰਹੇ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਮਹਾਰਾਜ। ਫਿਰ ਗੁਰਗੱਦੀ ਦਾ ਸਮਾਂ ਆ ਗਿਆ, ਫਿਰ ਪਰਖ ਹੋਈ ਸੇਵਾ ਦੀ। ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਜਵਾਈ ਵੱਡਾ ਸੀ, ਉਹਦਾ ਨਾਂ ਸੀ ਭਾਈ ਰਾਮਾ ਜੀ। ਬੀਬੀ ਦਾਨੀ ਨੂੰ ਜਿਹੜਾ ਵਿਆਹਿਆ ਹੋਇਆ ਸੀ, ਤੇ ਬੀਬੀ ਭਾਨੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਵਿਆਹੇ ਸਨ। ਤੇ ਫਿਰ ਖੜੇ ਬਣਾਉਣ ਦੀ ਆਪ ਜੀ ਨੇ ਇਤਿਹਾਸ ਵਿੱਚ ਸਰਵਣ ਕੀਤਾ, ਕਈ ਵਾਰੀ ਖੜੇ ਬਣਾਉਣ ਦੀ ਗੱਲ ਹੋਈ, ਤੇ ਉਹਦੇ ਵਿੱਚੋਂ ਵੀ ਭਾਈ ਰਾਮਾ ਜੀ ਪਾਸ ਨਾ ਹੋਏ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਪਾਸ ਹੋ ਗਏ ਸੇਵਾ ਦੇ ਵਿੱਚ।
ਤੇ ਗੁਰਮੁਖ ਪਿਆਰਿਓ, ਸੇਵਾ ਵੀ ਬੜੀ ਔਖੀ ਆ, ਨਿਮਰਤਾ ਦੇ ਨਾਲ ਸੇਵਾ ਕਰਨੀ। ਜਿੰਨਾ ਚਿਰ ਸਾਡੇ ਅੰਦਰ ਨਿਮਰਤਾ ਨਹੀਂ ਹੁੰਦੀ, ਅਸੀਂ ਕਿਸੇ ਦੇ ਬੋਲ ਕਬੋਲ ਸਹਿੰਦੇ ਨਹੀਂ, ਉਹਨਾਂ ਚਿਰ ਸਾਡੀ ਸੇਵਾ ਸਫਲ ਨਹੀਂ ਹੁੰਦੀ। ਗੁਰੂ ਘਰ ਦੇ ਵਿੱਚ ਰਹਿਣਾ ਤੇ ਬੜੀ ਨਿਮਰਤਾ ਦੇ ਨਾਲ ਰਹਿਣਾ ਪੈਂਦਾ। ਗੁਰੂ ਘਰ ਦੇ ਵਿੱਚ ਰਹਿ ਕੇ ਬੜੇ ਉੱਚੇ ਬੋਲ ਵੀ ਸਹਾਰਨੇ ਪੈਂਦੇ ਨੇ। ਦੁਨੀਆ ਬਹੁਤ ਕੁਝ ਕਹਿ ਜਾਂਦੀ ਆ ਤੇ ਗੁਰਮੁਖ ਪਿਆਰੋ, ਨਿਮਰਤਾ ਧਾਰਨੀ ਬੜੀ ਜ਼ਰੂਰੀ ਆ। ਸਾਡੇ ਸਤਿਗੁਰਾਂ ਨੇ ਸਾਨੂੰ ਇਹੀ ਸਿਖਾਇਆ। ਨਿਮਰਤਾ ਗੁਰਸਿੱਖ ਦਾ ਬਹੁਤ ਵੱਡਾ ਇੱਕ ਗਹਿਣਾ ਹੈ। ਗੁਰਸਿੱਖ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ। ਜੇ ਹੁਣ ਸਾਨੂੰ ਇੱਥੇ ਕੋਈ ਚਾਰ ਗੱਲਾਂ ਕਹਿ ਜੇ ਤੇ ਅਸੀਂ ਉਹਦਾ ਜਵਾਬ ਦਈਏ ਤੇ ਗੁਰਮੁਖ ਪਿਆਰੋ, ਫਿਰ ਸਾਡੇ ਵਿੱਚ ਤੇ ਉਸਦੇ ਵਿੱਚ ਕੋਈ ਫਰਕ ਨਹੀਂ ਨਾ। ਨਿਮਰਤਾ ਰੱਖਣੀ ਬੜੀ ਜ਼ਰੂਰੀ ਹੈ। ਸਾਨੂੰ ਕੁਝ ਕਹਿ ਜੇ ਤਾਂ ਗੁਰੂ ਜਾਣਦਾ, ਅਸੀਂ ਕੁਝ ਨਹੀਂ ਕਹਿ ਸਕਦੇ। ਨਿਮਰਤਾ ਰੱਖੋ ਤੇ ਗੁਰਮੁਖ ਪਿਆਰਿਓ, ਫਿਰ ਸਤਿਗੁਰੂ ਜੀ ਉਸ ਨਿਮਰਤਾ ਨੂੰ ਫਲ ਲਾਉਂਦੇ ਨੇ। ਕਿੰਨੀ ਨਿਮਰਤਾ ਭਾਈ ਜੇਠਾ ਦੇ ਵਿੱਚ, ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ। ਦੇਖੋ, ਜਿਹਨੂੰ ਲੋਕ ਯਤੀਮ ਕਹਿੰਦੇ ਸੀ, ਸੇਵਾ ਦੇ ਵਿੱਚੋਂ ਪਾਸ ਹੋਏ। ਫਿਰ ਉਸ ਸਮੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਕਿਹਾ, ਜਾਓ ਭਾਈ ਜੇਠੇ ਦਾ ਇਸ਼ਨਾਨ ਕਰਵਾ ਕੇ ਲੈ ਕੇ ਆਓ। ਭਾਈ ਜੇਠਾ ਜੀ ਦਾ ਇਸ਼ਨਾਨ ਕਰਵਾਇਆ ਗੁਰੂ ਰਾਮਦਾਸ ਮਹਾਰਾਜ ਜੀ ਦਾ। ਬੜੇ ਸੁੰਦਰ ਵਸਤਰ ਪਹਿਨਾ ਕੇ ਲੈ ਕੇ ਆਏ ਤੇ ਗੁਰਮੁਖ ਪਿਆਰੇ, ਸਭ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕੀਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਰਾਮ ਨਮਸਕਾਰ ਕੀਤੀ, ਜਿਨ੍ਹਾਂ ਨੂੰ ਸੱਤੇ ਬਲਵੰਡੇ ਦੀ ਵਾਰ ਦੇ ਵਿੱਚ ਵੀ ਲਿਖਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਆਪ ਹੀ ਸਵਾਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾ ਮਾਪ ਆਪ ਸਿਰਜਣਹਾਰ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ। ਸਾਰੇ ਸਿੱਖਾਂ ਨੇ, ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪਾਰ ਬ੍ਰਹਮ ਮੰਨ ਕੇ ਨਮਸਕਾਰ ਕੀਤਾ ਤੇ ਸਾਰਿਆਂ ਨੇ ਨਮਸਕਾਰ ਕੀਤੀ। ਉਸ ਸਮੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਣ ਗਏ ਨੇ, ਗੁਰਗੱਦੀ ਤੇ ਸੁਸ਼ੋਭਿਤ ਹੋ ਗਏ ਨੇ। ਤੇ ਗੁਰਮੁਖ ਪਿਆਰਿਓ, ਫਿਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਰਸਮ ਜਿਹੜੀ ਸੀ ਗੁਰਗੱਦੀ ਦੀ ਨਿਭਾਈ। ਸਾਰੇ ਗੁਰਸਿੱਖਾਂ ਨੇ ਨਮਸਕਾਰ ਕੀਤੀ। ਉਸ ਸਮੇਂ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਜਲ ਆ ਗਿਆ, ਨੇਤਰਾਂ ਦੇ ਵਿੱਚ ਜਲ ਆ ਗਿਆ। ਕਿਉਂਕਿ ਕਈ ਵਾਰੀ ਜਦੋਂ ਸਾਡੇ ਘਰਾਂ ਦੇ ਵਿੱਚ ਵੀ ਬਹੁਤੀ ਖੁਸ਼ੀ ਹੋ ਜਾਂਦੀ ਹੈ, ਕਈ ਵਾਰੀ ਸਾਡੇ ਨਾ ਪਿਛਲੀਆਂ ਗੱਲਾਂ ਯਾਦ ਆ ਜਾਂਦੀਆਂ ਨੇ, ਪਿਛਲਾ ਸਮਾਂ ਯਾਦ ਆ ਜਾਂਦਾ, ਮਨ ਭਰ ਆਉਂਦਾ। ਆਪਣੇ ਪਿਛਲਿਆਂ ਨੂੰ ਯਾਦ ਕਰਕੇ, ਮਾਤਾ ਪਿਤਾ ਨੂੰ ਯਾਦ ਕਰਕੇ ਕਈ ਵਾਰੀ ਮਨ ਭਰ ਆਉਂਦਾ। ਹੁਣ ਅੱਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਬੈਠੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਆਪ ਥੱਲੇ ਬੈਠੇ। ਉਸ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਜਲ ਆਇਆ। ਫਿਰ ਸਾਰਾ ਉਹ ਚੂਨਾ ਮੰਡੀ ਲਾਹੌਰ ਦਾ ਨਕਸ਼ਾ ਅੱਗੇ ਆ ਗਿਆ, ਕਿਵੇਂ ਗਲੀਆਂ ਦੇ ਵਿੱਚ ਰੁਲਦੇ ਸਨ। ਤੇ ਗੁਰਮੁਖ ਪਿਆਰਿਓ, ਫਿਰ ਉਸ ਸਮੇਂ ਪੰਗਤੀ ਉਚਾਰਨ ਕੀਤੀ ਮਹਾਰਾਜ ਜੀ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਮਹਾਰਾਜ ਕਹਿੰਦੇ, ਜੋ ਹਮਾਰੀ ਨਿਤ ਹੋਤੀ ਮੇਰੇ ਸਤਿਗੁਰਾ, ਸਾਬਿਤ ਤੁਮ ਹਰ ਜਾਣ ਹੋ ਆਪੇ। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलिया चुके सब सोग संतापे।
ਗੁਰਮੁਖ ਪਿਆਰਿਓ ਅੱਜ ਸਮਾਂ ਹੋ ਜਾਏਗਾ ਜੇ ਕਿਸੇ ਨੂੰ ਥੋੜਾ ਜਿਹਾ ਅਹੁਦਾ ਮਿਲ ਜਾਵੇ ਨਾ ਉਹ ਫਿਰ ਆਪਣਾ ਭੁੱਲ ਜਾਂਦਾ, ਬਹੁਤ ਸਭ ਕੁਝ ਪਿਛਲਾ ਭੁੱਲ ਜਾਂਦਾ। ਪਰ ਦੇਖੋ ਅੱਜ ਕਿੰਨੀ ਨਿਮਰਤਾ, ਗੁਰਗੱਦੀ ਦੇ ਮਾਲਕ ਬਣ ਕੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਫੇਰ ਇਸ ਤਰ੍ਹਾਂ ਬੇਨਤੀਆਂ ਕਰ ਰਹੇ ਨੇ ਗੁਰੂ ਰਾਮਦਾਸ ਮਹਾਰਾਜ। ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ, 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 ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ। ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ, 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 ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ। ਸਾਨੂੰ ਕਿਤੇ ਨਾ ਮਿਲਦੀ ਥਾਂ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ, ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ, ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ, ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ, ਕਿਤੇ ਨਾ ਮਿਲਦੀ ਥਾਂ ਅਸੀਂ ਰੁਲ ਜਾਣਾ ਸੀ, ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ, ਜੇ ਤੂੰ ਨਾ ਫੜਦਾ ਸਾਡੀ ਬਾਂਹ ਅਸਾਂ ਰੁਲ ਜਾਣਾ ਸੀ। ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਸਾਡੀ ਬਾਂਹ ਫੜੀ ਆ, ਨਹੀਂ ਅਸੀਂ ਰੁਲ ਜਾਣਾ ਸੀ ਜੇ ਤੁਸੀਂ ਸਾਡੀ ਬਾਂਹ ਨਾ ਫੜਦੇ। ਗੁਰਮੁਖ ਪਿਆਰੋ ਸਤਿਗੁਰੂ ਅੱਜ ਵੀ ਸਾਡੀ ਬਾਂਹ ਫੜਦੇ ਨੇ, ਪਰ ਅਸੀਂ ਬਾਂਹ ਛਡਾ ਕੇ ਭੱਜਦੇ ਹਾਂ ਗੁਰੂ ਤੋਂ। ਗੁਰਮੁਖ ਪਿਆਰਿਓ ਸਾਨੂੰ ਕਿਤੇ ਵੀ ਦਰ ਦਰ ਤੇ ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ। ਜੇ ਕਿਤੇ ਸਰਦਾ ਭਾਵਨਾ ਬਣਾ ਕੇ ਗੁਰੂ ਦੇ ਦਰ ਤੇ ਆ ਜਾਈਏ, ਇਸ ਦਰ ਤੋਂ ਅੱਜ ਤੱਕ ਖਾਲੀ ਨਹੀਂ ਮੁੜਿਆ। ਕਿੰਨੇ ਨੇ ਗੁਰਮੁਖ ਪਿਆਰਿਓ ਅੱਜ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਪਾਂ ਸੁਣਦੇ ਆ, ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ, ਜਾ ਕੇ ਇਸ਼ਨਾਨ ਕਰਕੇ ਉਹਨਾਂ ਦੀਆਂ ਅੱਖਾਂ ਤੋਂ ਦਿਸਣ ਲੱਗ ਜਾਂਦਾ। ਵਾਸੂ ਭਾਰਦਵਾਜ ਵਰਗੇ ਜਿਹੜੇ ਵੱਡੇ ਵੱਡੇ ਵਿਗਿਆਨੀ ਸਨ, ਥੱਲੇ ਆਪਣੇ ਲੱਗਿਆ ਪੋਸਟਰ ਉਹਨਾਂ ਦਾ ਲੰਗਰ ਹਾਲ ਦਾ, ਤੇ ਜਿਨ੍ਹਾਂ ਨੂੰ ਕੈਂਸਰ ਸੀ, ਗੁਰਮੁਖ ਪਿਆਰਿਓ ਉਹਨਾਂ ਦੇ ਕੈਂਸਰ ਉੱਥੇ ਜਾ ਕੇ ਠੀਕ ਹੋ ਗਏ। ਅੱਜ ਵੀ ਕੋਈ ਭਾਵਨਾ ਬਣਾ ਕੇ ਉਹਦੇ ਦਰ ਤੇ ਜਾਵੇ ਗੁਰੂ ਰਾਮਦਾਸ ਮਹਾਰਾਜ ਜੀ ਦੇ, ਤੇ ਸਤਿਗੁਰੂ ਜੀ ਜ਼ਰੂਰ ਭਾਵਨਾ ਨੂੰ ਫਲ ਲਾਉਂਦੇ, ਜ਼ਰੂਰ ਬਾਂਹ ਫੜਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਕਰਦੇ ਨੇ। ਤੇ ਗੁਰਮੁਖ ਪਿਆਰਿਓ ਇਸੇ ਕਰਕੇ ਹੀ ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ ਉਸਤਤ ਕੀਤੀ ਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ। ਕਹਿੰਦੇ ਹਮ ਅਬ ਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾ ਰਾਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਰਾਖੋ ਸਰਨਾਈ ਗੁਰੂ ਰਾਮਦਾਸ, ਰਾਖੋ ਸਰਨਾਈ ਗੁਰੂ ਰਾਮਦਾਸ। ਸਰਨਾਈ ਗੁਰੂ ਰਾਮਦਾਸ, ਸਰਨਾਈ ਗੁਰੂ ਰਾਮਦਾਸ।
ਜੀ ਰੱਖੋ ਸਰਨਾਈ, ਜੀ ਰੱਖੋ ਸਰਨਾਈ, ਰਾਖੋ ਸਰਨਾਈ ਗੁਰੂ ਰਾਮਦਾਸ, ਰਾਖੋ ਸਰਨਾਈ ਗੁਰੂ ਰਾਮਦਾਸ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਨ ਦੇ ਵਿੱਚ ਕੋਈ ਆ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਰਨ ਦੇ ਵਿੱਚ ਰੱਖ ਲੈਂਦੇ। ਇਸੇ ਕਰਕੇ ਗੁਰਮੁਖ ਪਿਆਰਿਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਆਗਮਨ ਦਿਹਾੜਾ ਕੱਲ੍ਹ ਨੂੰ ਹੈ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਆਗਮਨ ਪੁਰਬ ਦੀ ਸਮੁੱਚੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸੋ ਗੁਰਮੁਖ ਪਿਆਰਿਓ, ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਵਤਾਰ ਦੀ ਗੱਲ ਕੀਤੀ ਆ, ਇਤਿਹਾਸ ਦੇ ਵਿੱਚੋਂ ਕੁਝ ਵਿਚਾਰਾਂ ਕੀਤੀਆਂ ਨੇ ਤੇ ਗੁਰਮੁਖ ਪਿਆਰਿਓ, ਇਤਿਹਾਸ ਸੁਣਾਉਂਦਿਆਂ ਤੋਂ ਇੱਕ ਨਹੀਂ ਅਨੇਕਾਂ